पुत्र इसलिए तू कुड़ी ना ब्याह करी, वो ना होवे मैं नो समझा, वो पुत्र अगों जवाई निकल आवे। मैं चाहना पुत्र तेरी बुढ़ी वेख लवां कि बंदा पूछे दादा जी ਉਹਦੀ बुढ़ी है या मैडिसन आ कि ਉਹਦੇ ਨਾਲ ਤੁਹਾਨੂੰ ਸਾਹ ਆਉਣ ਲੱਗ ਪਏਗਾ। मैं फौरी अपनी बेगम ਨੂੰ ਕਿਹਾ, मैं ਕਿਹਾ ਇਹ ਸੱਚੀ ਮਿਚੀ ਅੰਨਾ ਹੀ ਜਿਹੜਾ ਤੈਨੂੰ ਮਲਕਾ ਕਹਿ ਰਿਹਾ। ਔਰ ਜਿਹੜਾ ਇਹਦਾ ਵਿਆਹ ਹੁੰਦਾ ਨਾ ਫੇਸਬੁੱਕ ਦਾ, ਉਹ ਚੋਂ ਬੱਚੇ ਨਹੀਂ ਹੁੰਦੇ, ਸਿਰਫ ਵਿਊਜ਼ ਆਉਂਦੇ ਨੇ, ਕਮੈਂਟਸ ਆਉਂਦੇ ਨੇ। ਇਸ ਤਰ੍ਹਾਂ ਦੇ ਮਜ਼ਾਹੀਆ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਅੰਗੂਠਾ ਮਾਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓਜ਼ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ। अस्सलाम वालेकुम, मैं वां नईम शौकी, ਤੁਸੀਂ ਵੇਖ ਰਹੇ ਹੋ ਫਨਕਾਰੀਆਂ। ਅੱਛਾ ਵੀਰੇ, ਅੱਜ ਦੀ ਫਨਕਾਰੀ ਇਹ ਵਾ ਕਿ 1965 ਦੇ ਵਿੱਚ ਪਿਓ ਨਾ ਆਪਣੇ ਪੁੱਤਰ ਨੂੰ ਬਿਠਾ ਕੇ ਕਹਿੰਦਾ ਸੀ, ਪੁੱਤਰ ਸ਼ਾਦੀ ਜਿਹੜੀ ਹੈ ਨਾ ਪੁੱਤ, ਵਿਆਹ ਉਹਦੇ ਨਾਲ ਕਰੀ ਜਿਹੜੀ ਸਾਡੀ ਜ਼ਾਤ ਦੀ ਹੋਵੇ। ਪੁੱਤਰ ਜੇ ਸਾਡੀ ਉਹਨਾਂ ਦੀ ਦੋਵਾਂ ਦੀ ਜ਼ਾਤ ਨਾ ਮਿਲੀ, ਤੇਰੀ ਤੇ ਉਹਦੀ, ਤੇ ਪਤਾ ਲੱਗੂ ਕਿ ਗੱਡੀਆਂ ਨੂੰ ਤਾਂ ਪੁੱਤ ਖਾਨੇ ਵੱਲ ਕਰਾਸ ਪੈਂਦਾ, ਸਾਨੂੰ ਪੁੱਤ ਵਲੀਮੇ ਵਾਲੇ ਦਿਨ ਕਰਾਸ ਪੈ ਗਿਆ। ਦੇਖਣਾ ਵੀਰ, ਜੇ ਸਾਡੀ ਉਹਨਾਂ ਦੀ ਜ਼ਾਤ ਨਹੀਂ ਮਿਲਦੀ ਪੁੱਤ, ਉਹ ਨਾ ਹੋਵੇ ਸਾਡੇ ਉਹਨਾਂ ਦੇ ਫੈਸ਼ਨ ਵੀ ਨਾ ਮਿਲਣ। ਕਾਕਾ ਜੇ ਸਾਡੇ ਉਹਨਾਂ ਦੇ ਫੈਸ਼ਨ ਨਾ ਮਿਲੇ ਤਾਂ ਦਿਲ ਮਿਲਣੇ ਤਾਂ ਬਹੁਤ ਦੂਰ ਦੀ ਗੱਲ ਆ। ਅੱਛਾ 1975 ਦੇ ਵਿੱਚ ਪਿਓ ਆਪਣੇ ਪੁੱਤ ਨੂੰ ਬਿਠਾ ਕੇ ਆਂਦਾ ਸੀ, ਪੁੱਤ ਵਿਆਹ ਜਿਹੜਾ ਨਾ ਪੁੱਤ ਆਪਣੇ ਮਜ਼ਹਬ ਵਿੱਚ ਕਰੀ, ਵੀ ਜਿਹੜੇ ਮਜ਼ਹਬ ਦਾ ਤੂੰ ਆ ਪੁੱਤ ਉਸੇ ਮਜ਼ਹਬ 'ਚ ਸ਼ਾਦੀ ਕਰੀ। ਇਸ ਤਰ੍ਹਾਂ ਰਸਮਾਂ ਨਹੀਂ ਮਿਲਦੀਆਂ, ਪੈਸੇ ਤਾਂ ਰਿਸ਼ਤੇ ਕਰਾਉਣ ਵਾਲੀ ਨੂੰ ਮਿਲ ਹੀ ਜਾਂਦੇ ਆ, ਜਿਹੜਾ ਉਹਨੇ ਕਰਾਣੇ ਹੁੰਦੇ ਆ, ਰਸਮਾਂ ਨਹੀਂ ਪੁੱਤ ਮਿਲਦੀਆਂ। ਅੱਛਾ 1985 ਦੇ ਵਿੱਚ ਪਿਓ ਆਪਣੇ ਪੁੱਤ ਨੂੰ ਬਿਠਾ ਕੇ ਚਾਹ ਪਿਆ ਕੇ ਕਹਿੰਦਾ ਸੀ, ਪੁੱਤ ਵਿਆਹ ਜਿਹੜਾ ਨਾ ਆਪਣੀ ਹੈਸੀਅਤ ਦੀ ਕੁੜੀ ਨਾ ਕਰੀ। ਹੈਸੀਅਤ ਪੁੱਤਰ ਉਹਦੇ ਨਾਲ ਕਿ ਜਿਹੜੀ ਸਾਡੇ ਵਰਗੀ ਹੋਵੇ, ਉਹ ਨਾ ਹੋਵੇ ਕੁੜੀ ਅਮੀਰ ਹੋਵੇ ਤਾਂ ਤੂੰ ਪੁੱਤ ਥੱਲੜੇ ਲੈਵਲ ਤੇ ਹੋਵੇ, ਖਾਮਦ ਘੱਟ ਤੇ ਪਤਾ ਲੱਗੇ ਤੂੰ ਉਹਦਾ ਪੀਅਨ ਬਹੁਤਾ, 24 ਘੰਟੇ ਉਹਦੇ ਮਗਰੀ ਫਿਰਦਾ ਰਵੇ। ਹਾਂਜੀ ਮੈਨੂੰ ਕੁਛ ਕਿਹਾ, ਆਪਣੀ ਬੇਗਮ ਦੀ ਗੱਡੀ ਧੋ ਕੇ ਪੁੱਛ ਰਿਹਾ ਹੋਵੇ, ਦੇਖਣਾ ਸਹੀ ਤੂੰ ਪੀ ਹੈ ਪੁੱਤ, ਚੰਗਾ ਲੱਗਦਾ ਤੇਰੇ ਸਾਹਮਣੇ ਮਹਿੰਗਾ ਨਾਸ਼ਤਾ ਆਵੇ ਤੂੰ ਘਬਰਾ ਕੇ ਕਵੇ ਮੈਂ ਕਰਨਾ ਬੇਗਮ, ਤਾਂ ਪੁੱਤ ਇੰਜ ਇਦਾਂ ਕਰੀ ਜਿੱਦਾਂ ਤੈਨੂੰ ਕਹਿ ਰਹੇ ਆ। ਅੱਛਾ 1995 ਦੇ ਵਿੱਚ ਪਿਓ ਆਪਣੇ ਪੁੱਤਰ ਨੂੰ ਬਿਠਾ ਕੇ ਕਹਿੰਦਾ ਸੀ, ਉਹ ਪੁੱਤਰ ਵਿਆਹ ਜਿਹੜਾ ਨਾ ਪੁੱਤ ਆਪਣੇ ਮੁਲਕ ਦੀ ਕੁੜੀ ਨਾ ਕਰੀ। ਤੂੰ ਜੀ ਪੁੱਤਰ ਕੈਨੇਡਾ ਵਿਆਹ ਕਰ ਲਵੇਂ ਤੇ ਬੇਗਮ ਦਾ ਤੇ ਤੇਰਾ ਮਜਾਜ ਹੀ ਨਾ ਮਿਲੇ। ਪੁੱਤਰ ਤੈਨੂੰ ਉਹਨੂੰ ਸਖਤ ਗਰਮੀ ਲੱਗ ਰਹੀ ਹੋਵੇ, ਤੈਨੂੰ ਠੰਡ ਲੱਗ ਰਹੀ ਹੋਵੇ। ਪੁੱਤਰ ਕੈਨੇਡਾ ਦੇ ਤੇ ਇੱਥੋਂ ਦੇ ਮੌਸਮ ਦਾ ਬੜਾ ਫਰਕ ਆ, ਤੇ ਇਸ ਵਾਸਤੇ ਆਪਣੇ ਵਤਨ ਦੀ ਕੁੜੀ ਹੋਣੀ ਚਾਹੀਦੀ ਆ। ਇੱਕੋ ਜਿਹੇ ਮਜਾਜ ਹੋਣ, ਇੱਕੋ ਜਿਹੇ ਮੌਸਮ ਹੋਣ, ਇੱਕੋ ਜਿਹੀ ਰਸਮਾਂ ਹੋਣ। ਪੁੱਤਰ ਅੱਛਾ ਨਹੀਂ ਨਾ ਲੱਗਦਾ ਤਬੀਤਾਂ ਲਹਿਦਾ ਹੋਣ। ਅੱਛਾ 2015 ਚ ਨਾ ਪਿਓ ਆਪਣੇ ਪੁੱਤਰ ਨੂੰ ਬਿਠਾ ਕੇ ਕਹਿੰਦਾ, ਉਹ ਕਾਕਾ ਵਿਆਹ ਪੁੱਤਰ ਆਪਣੀ ਉਮਰ ਦੀ ਕੁੜੀ ਨਾ ਕਰੀ। ਉਹ ਨਾ ਹੋਵੇ ਤੇਰੀ ਬੁੱਢੀ ਤੇਰੇ ਤੋਂ ਕਿੰਨੀ ਵੱਡੀ ਹੋਵੇ, ਤੇਰਾ ਆਈਸਕ੍ਰੀਮ ਖਾਣ ਨੂੰ ਦਿਲ ਕਰੇ, ਕਵੇ ਹੋਵੇ ਮੇਰੀ ਦਾੜ 'ਚ ਦਰਦ ਹੋ ਰਹੀ ਹੈ। ਪੁੱਤਰ ਤੂੰ ਕਵੇ ਲੌਂਗ ਡਰਾਈਵ 'ਤੇ ਚਲੇ, ਉਹ ਕਵੇ ਨਹੀਂ ਮੈਨੂੰ ਚੱਕਰ ਆਉਣ ਡੇ। ਪੁੱਤਰ ਤੇਰਾ ਉਹਦਾ ਜ਼ੇਨ ਹੀ ਨਾ ਮਿਲਿਆ ਤੇ ਕੀ ਫਿਰ ਫਾਇਦਾ ਹੋਇਆ। ਤੂੰ ਕਵੇ ਕਿ ਬੇਗਮ ਬਾਹਰ ਦਾ ਮੌਸਮ ਕਿਤਨਾ ਸੁਹਾਨਾ ਹੈ, ਉਹ ਕਵੇ ਮੇਰੀ ਐਨਕ ਕਿੱਥੇ ਆ, ਮੈਨੂੰ ਤੇ ਦੀਦਾ ਹੀ ਕੱਖ ਨਹੀਂ। ਤੁਸੀਂ ਜਦੋਂ ਮੈਂ ਵਿਆਹ ਤੇ ਇਕੱਠੇ ਜਾਓ ਤੇ ਤੂੰ ਇੱਕਦਮ ਖਾਣਾ ਪਾਉਣ ਲੱਗ ਪਏ ਤੇ ਉਹ ਘਬਰਾ ਕੇ ਕਵੇ ਨਹੀਂ ਮੈਂ ਡਾਈਟ 'ਤੇ ਹੂੰ। ਪੁੱਤਰ ਇਸ ਕਰਕੇ ਏਜ ਜਿਹੜੀ ਇਹ ਮਿਲਣੀ ਚਾਹੀਦੀ ਆ। ਮੀਆਂ ਬੀਵੀ ਦੀ ਏਜ ਨਾਜ਼ਰੀਨ ਇੱਕ ਹੋਵੇ ਤਾਂ ਬੱਚੇ ਵੀ ਜਲਦੀ ਹੋ ਜਾਂਦੇ ਆ। ਕੁਛ ਬੰਦੇ ਵੱਡੀਆਂ ਕਿੰਨੀ ਉਮਰ ਦੀ ਔਰਤ ਹੁੰਦੀ ਉਹਦੇ ਨਾਲ ਸ਼ਾਦੀ ਕਰ ਲੈਂਦੇ, ਫਿਰ ਸਾਰੀ ਉਮਰ ਡਾਕਟਰਾਂ ਕੋਲ ਖੱਜਲ ਹੁੰਦੇ ਰਹਿੰਦੇ ਨੇ, ਦੁਆਵਾਂ ਕਰਾਉਂਦੇ ਰਹਿੰਦੇ ਆ ਵੀ ਪਹਿਲਾਂ ਹੀ ਵੀਰੇ ਧਿਆਨ ਨਾ ਕਰ। ਅੱਛਾ 2024 ਚ ਨਾ ਪਿਓ ਆਪਣੇ ਪੁੱਤਰ ਨੂੰ ਬਿਠਾ ਕੇ ਇੱਕੋ ਹੀ ਨਸੀਹਤ ਕਰਦਾ, ਉਹ ਕਾਕਾ ਕੁੜੀ ਨਾਲ ਹੀ ਵਿਆਹ ਕਰੀ। ਪੁੱਤਰ ਬੜੀਆਂ ਖਬਰਾਂ ਆਉਣ ਡੀਆਂ ਨੇ, ਤੀਸਰੇ ਚੌਥੇ ਦਿਨ ਬਾਅਦ ਜਾ ਕੇ ਪਤਾ ਲੱਗਦਾ ਉਹ ਇਹਨਾਂ ਦੀ ਨੂੰਹ ਨਹੀਂ ਜਿਹੜੀ ਉਹ ਕੁੜੀ ਨਹੀਂ ਸੀ ਹੈਗੀ। ਪੁੱਤਰ ਇਸ ਲਈ ਤੂੰ ਕੁੜੀ ਨਾਲ ਵਿਆਹ ਕਰੀ, ਉਹ ਨਾ ਹੋਵੇ ਮੈਂ ਨੂੰਹ ਸਮਝਾਂ, ਉਹ ਪੁੱਤਰ ਅੱਗੋਂ ਜਵਾਈ ਨਿਕਲ ਆਵੇ। ਕਿੱਡਾ ਬੁਰਾ ਲੱਗਦਾ ਤਾਰਫ ਹੁੰਦਾ ਕਿ ਜੀ ਇਹ ਇਹਨਾਂ ਦਾ ਮੁੰਡਿਓ ਜਵਾਈ ਏ। ਅੱਛਾ ਸਾਡੇ ਅਸੀਂ ਪੰਜਾਬੀ ਜਿੱਥੇ ਜਿੱਥੇ ਵੀ ਰਹਿੰਦੇ ਆ ਨਾ, ਸਾਡਿਆਂ ਘਰਾਂ ਦੇ ਵਿੱਚ ਸ਼ਗਨਾਂ ਵਾਲੀ ਬਲੈਕਮੇਲਿੰਗ ਬਹੁਤ ਜ਼ਿਆਦਾ। ਦਾਦੀ ਕਹਿਣ ਦੀ ਹੁੰਦੀ ਵੇ ਪੁੱਤ ਵੇ ਮੇਰੀਆਂ ਅੱਖਾਂ ਬੰਦ ਕਰਨ ਤੋਂ ਪਹਿਲੇ ਮੈਂ ਤੇਰੇ ਸਿਰ ਤੇ ਸਿਹਰੇ ਵੇਖਣਾ ਚਾਹੁੰਦੀ ਹਾਂ। ਦਾਦਾ ਬੁਲਾ ਕੇ ਕਹਿਣ ਡਿਆ ਹੁੰਦਾ, ਉਹ ਪੁੱਤ ਮੈਂ ਦੁਨੀਆ ਛੱਡ ਜਾਣੀ ਹੈ, ਮੈਂ ਚਾਹੁੰਦਾ ਪੁੱਤਰ ਤੇਰੀ ਬੁੱਢੀ ਵੇਖ ਲਵਾਂ। ਵੀ ਬੰਦਾ ਪੁੱਛੇ ਦਾਦਾ ਜੀ ਉਹਦੀ ਬੁੱਢੀ ਹੈ ਜਾਂ ਮੈਡੀਸਨ ਆ ਕਿ ਉਹਦੇ ਨਾਲ ਤੁਹਾਨੂੰ ਸਾਹ ਆਉਣ ਲੱਗ ਪਏਗਾ, ਉਹਦੀ ਬੁੱਢੀ ਹੈ ਜਾਂ ਆਕਸੀਜਨ ਆ ਕਿ ਇੱਕਦਮ ਤੁਸੀਂ ਫਰੈਸ਼ ਹੋ ਕੇ ਕਹੋਗੇ ਹੈ ਮੈਂ ਠੀਕ ਹੈਗਾ। ਪਿਓ ਬਿਠਾ ਕੇ ਕਹਿਣ ਡਿਆ ਹੁੰਦਾ, ਉਹ ਪੁੱਤ ਉਹ ਕਾਕਾ ਉਹ ਸੋਨੂੰ ਪੁੱਤ ਸ਼ਾਦੀ ਕਰ ਲਾ, ਸ਼ਾਦੀ ਬਹੁਤ ਚੰਗੀ ਚੀਜ਼ ਆ, ਉਹ ਮੇਰਾ ਵੀ ਦਿਲ ਕਰਦਾ ਨੂੰਹ ਦੀਆਂ ਪੱਕੀਆਂ ਖਾਵਾਂ। ਮੁੰਡਾ ਘਬਰਾ ਕੇ ਵਿਚਾਰਾ ਕਹਿੰਦਾ ਕਿ ਅੱਬਾ ਜੀ ਜਿਹੜੀਆਂ ਅੰਮੀ ਪਕਾਉਣ ਡਈ ਏ ਉਹਦੇ 'ਚ ਕੁਛ ਪਾਉਣ ਡਈ ਅੰਮੀ। ਅੱਬਾ ਜੀ ਜਿੰਨਾ ਮੈਂ ਘਰ ਦੇ ਵਿੱਚ ਤੁਹਾਨੂੰ ਪਰੇਸ਼ਾਨ ਦੇਖਿਆ ਨਾ, ਮੇਰਾ ਤੇ ਅੱਬਾ ਜੀ ਵਿਆਹ ਤੋਂ ਦਿਲ ਚਾਲੂ ਹੋ ਗਿਆ ਜੀ। ਕਿਹੜਾ ਤੁਹਾਡੇ ਵਾਂਗਰ ਸਾਰੀ ਜ਼ਿੰਦਗੀ ਜਿਸ ਤਰ੍ਹਾਂ ਤੁਸੀਂ ਅੰਮੀ ਦੇ ਅੰਡਰ ਰਹੇ ਹੋ, ਸਾਡੇ ਕੋਲ ਇਸ ਤਰ੍ਹਾਂ ਅੰਡਰ ਨਹੀਂ ਰਿਹਾ ਜਾਣਾ। ਤੁਹਾਡੀ ਮਿਹਰਬਾਨੀ ਡੈਡੀ, ਮੈਂ ਕਰ ਲਾਂਗਾ ਵਿਆਹ। ਪੁੱਤਰ ਵਿਆਹ ਕਰ ਲਿਆ, ਇੱਦਾਂ ਨਾ ਕਰ, ਮੇਰਾ ਦਿਲ ਕਰਦਾ ਮੇਰੇ ਵਿਹੜੇ 'ਚ ਪੋਤਰੇ ਖੇਡਣ
ਕਿ ਅੱਬਾ ਜੀ ਤੁਸੀਂ ਕਿਹੜੇ ਬੰਦਾ ਪੁੱਛੇ ਪੰਘੂੜੇ ਲਾਏ ਨੇ ਕਿ ਜਿਹੜੇ ਪੋਤਰੇ ਨੇ ਝੂਟਣੇ ਨੇ। ਨਹੀਂ ਪੁੱਤ ਤੂੰ ਸ਼ਾਦੀ ਕਰ ਲਾ। ਅੱਬਾ ਜੀ ਮੈਂ ਸ਼ਾਦੀ ਕਰ ਤੇ ਲਵਾਂ, ਜਦੋਂ ਮੈਂ ਵੇਖਣਾ ਨਾ ਤੁਹਾਨੂੰ 2:30 ਵਜੇ ਤੱਕ ਪਰੇਸ਼ਾਨ, ਤੇ ਮੇਰੇ ਜ਼ਿਹਨ 'ਚ ਗੱਲਾਂ ਆਉਂਦੀਆਂ ਕਿ ਮੈਂ ਵੀ ਇਦਾਂ ਹੀ ਰਹਿਣਾ। ਇਸ ਕਰਕੇ ਅੱਬਾ ਜੀ ਵਿਆਹ ਤੋਂ ਬੜਾ ਦਿਲ ਚਾਲੂ ਆ। ਅੱਬਾ ਫੇਰ ਸਮਝਾਉਣ ਨੇ ਤਾਂ ਨਹੀਂ ਪੁੱਤ ਗੱਲ ਸੁਣ, ਤੂੰ ਵਿਆਹ ਕਰੇਂਗਾ ਤੇ ਫੇਰ ਹੀ ਘਰ 'ਚ ਰੌਣਕ ਲੱਗਣੀ ਹੈ। ਉਹ ਕਹਿੰਦਾ ਮੈਂ ਘਰ 'ਚ ਬੀਵੀ ਲਿਆਉਣੀ ਆ, ਮੈਂ ਪੰਘੂੜੇ ਲਾ ਲੈਣੇ ਨੇ, ਛੁਰਲੀਆਂ ਚਲਾਉਣ ਲੱਗ ਪਣੀਆਂ, ਕਾਹਦੀ ਅੱਬਾ ਜੀ ਰੌਣਕ ਲੱਗਣੀ ਮੇਰੇ ਵਿਆਹ ਤੇ। ਨਹੀਂ ਪੁੱਤ ਮੇਰੇ ਦਿਲ 'ਚ ਹਸਰਤ ਆ, ਤੈਨੂੰ ਸੋਨੇ ਦੇ ਸਿਰੇ ਲੱਗਣੇ ਆ। ਮੁੰਡਾ ਹੱਥ ਜੋੜ ਕੇ ਕਹਿੰਦਾ ਅੱਬਾ ਜੀ ਠਹਿਰ ਜੋ, ਸੋਨਾ ਕਦੀ ਵੀ 3500 ਰੁਪਏ ਤੋਲਾ ਨਹੀਂ ਹੋਣਾ। ਕੱਲ ਮੈਂ ਨਾ ਆਪਣੀ ਬੁੱਢੀ ਦੇ ਨਾਲ ਮੇਰਾ ਦਿਲ ਕੀਤਾ, ਮੈਂ ਕਿਹਾ ਚੱਲ ਆ ਬੇਗਮ ਤੈਨੂੰ ਬਾਹਰੋਂ ਚੱਲੀਏ ਖਾਣਾ ਖਾ ਕੇ ਆਈਏ। ਮੇਰੀ ਬੇਗਮ ਮੇਰਾ ਮੁੰਡਾ ਸੋਨੂ, ਅਸੀਂ ਸਦਰ ਗੋਲ ਚੱਕਰ ਦੇ ਕੋਲ ਆਏ ਨਾ, ਉੱਥੇ ਇੱਕ ਫਕੀਰ ਸ਼ੀਸ਼ਾ ਖੜਕਾ ਕੇ ਕਹਿੰਦਾ ਮੇਰੀ ਬੇਗਮ ਨੂੰ, ਪਦੈਸ਼ੀ ਅੰਨਾ ਵਾ, ਸ਼ਹਜ਼ਾਦੀ ਹੈ ਤੂੰ, ਮਹਾਰਾਣੀ ਹੈ, ਮਲਕਾ ਲੱਗ ਰਹੀ ਹੈ, ਮੈਨੂੰ 100 ਰੁਪਈਆ ਦੇ ਦੇ। ਮੈਂ ਫੌਰੀ ਆਪਣੀ ਬੇਗਮ ਨੂੰ ਕਿਹਾ, ਮੈਂ ਕਿਹਾ ਇਹ ਸੱਚੀ ਮੁੱਚੀ ਅੰਨਾ ਹੀ ਜਿਹੜਾ ਤੈਨੂੰ ਮਲਕਾ ਕਹਿ ਰਿਹਾ। ਜਦੋਂ ਦੀ ਤੇਰੀ ਮੇਰੀ ਸ਼ਾਦੀ ਹੋਈ ਹੈ ਤੂੰ ਤੇ ਮੈਨੂੰ ਸਵੀਪਰ ਵੀ ਨਹੀਂ ਲੱਗ ਰਹੀ। ਇਹਦੇ ਨਾਲ ਦਾ ਬੰਦਾ ਤੈਨੂੰ ਪੂਰੇ ਪਾਕਿਸਤਾਨ 'ਚ ਨਹੀਂ ਲੱਭਣਾ ਜਿਹੜਾ ਤੈਨੂੰ ਮਲਕਾ ਕਹਿ ਰਿਹਾ, ਬਲਕਿ ਇਹਨੂੰ 30,000 ਰੁਪਇਆ ਤਨਖਾਹ ਦੇ ਕੇ ਤੇ ਕੋਲ ਰੱਖ, ਸਾਰੇ ਮਹੱਲੇ 'ਚ ਤੇਰੀ ਇੱਜ਼ਤ ਹੋਏਗੀ ਕਿ ਯਾਰ ਇਹਨੂੰ ਸਾਰੇ ਮਲਕਾ ਮਲਕਾ ਕਹਿੰਦੇ ਨੇ। ਉਸ ਤੋਂ ਮੈਂ ਥੋੜਾ ਜਿਹਾ ਅੱਗੇ ਗਿਆ, ਸ਼ੀਸ਼ਾ ਤਾਂ ਚੜਾਇਆ, ਇੱਕ ਫਕੀਰ ਬੂਹਾ ਖੜਕਾ ਕੇ ਟਕ ਟਕ ਟਕ। ਮੈਂ ਕਿਹਾ ਹਾਂਜੀ। ਕਹਿੰਦਾ ਵੀਰੇ ਰੋਟੀ ਖਾਣੀ ਹੈ, ਰੋਟੀ ਖਾਣੀ ਆ। ਤੇ ਮੈਂ ਕਿਹਾ ਖਾ, ਉਹ ਤੇਰੇ ਦੰਦ ਨੇ ਮੇਰੇ ਕੋਲ। ਕੱਲ ਮੈਨੂੰ ਮੇਰਾ ਇੱਕ ਯਾਰ ਮਿਲਿਆ, ਹੱਥਾਂ ਤੇ ਮਹਿੰਦੀਆਂ ਲਾਈਆਂ, ਗਾਨਾ ਬੰਨਿਆ, ਖੁਸ਼ਹਾਲ। ਮੈਂ ਕਿਹਾ ਓਏ ਇੱਧਰ ਆਏ ਨਾ ਵੀਰੇ ਤੇਰਾ। ਉਹ ਹਜੇ ਤਾਂ ਮੈਨੂੰ ਪਿਛਲੇ ਹਫਤੇ ਮਿਲਿਆ, ਤੂੰ ਕੁਆਰਾ ਸਾਂ ਤਾਂ ਹੁਣ ਤੇਰੀ ਸ਼ਾਦੀ ਵੀ ਹੋ ਗਈ। ਉਹ ਏਡੀ ਛੇਤੀ ਕੋਈ ਜਾਦੂ ਵਾਲਾ ਚਿਰਾਗ ਲੱਭਾ। ਕਹਿੰਦਾ ਭਾਈ ਸ਼ੌਕੀ OLX ਤੇ ਸ਼ਾਦੀ ਕੀਤੀ ਹੈ। ਮੈਂ ਕਿਹਾ ਉਹ ਕੀ ਕਹਿ ਰਹੇ ਆ ਵੀਰੇ, ਦੁਬਾਰਾ ਦੱਸ ਲਫ਼ਜ਼। ਕਹਿੰਦਾ OLX ਤੇ ਸ਼ਾਦੀ ਕੀਤੀ ਆ। ਉਹ ਮੈਂ ਕਿਹਾ ਵੀਰੇ ਉੱਤੇ ਗੱਡੀਆਂ ਵਿਕਦੀਆਂ, ਦਰਵਾਜ਼ੇ ਵਿਕਦੇ ਨੇ, ਕੱਪੜੇ ਵਿਕਦੇ ਨੇ, ਤੂੰ ਸ਼ਾਦੀ ਕਿੱਦਾਂ ਕਰ ਲਈ? ਕਹਿੰਦਾ ਲਓ ਇਹੀ ਤੇ ਤੁਹਾਨੂੰ ਦੱਸਣਾ ਭਾਜੀ। OLX ਤੇ ਇੱਕ ਬੰਦੇ ਨੇ ਲਾਈ ਸੀ ਮੋਟਰਸਾਈਕਲ ਵੇਚਣ ਵਾਸਤੇ। ਮੈਂ ਭਾਈ ਸ਼ੌਕੀ ਉਹਦੇ ਘਰ ਗਿਆ, ਉਹਨਾਂ ਦੀ ਕੁੜੀ ਇੱਕ ਬੜੀ ਸੋਹਣੀ ਸੀ। ਮੈਂ ਕਿਹਾ ਯਾਰ ਮੇਰੀ ਇਹਦੇ ਨਾਲ ਸ਼ਾਦੀ ਕਰ ਦਿਓ ਤੇ ਮੋਟਰਸਾਈਕਲ ਜਿਹੜੀ ਹੈ ਉਹ ਮੈਨੂੰ ਦਹੇਜ 'ਚ ਦੇ ਦਿਓ। ਮੈਂ ਕਿਹਾ ਕਿਆ ਬਾਤ ਹੈ, ਹੁਣ ਸ਼ਾਦੀਆਂ ਵੀ OLX ਤੇ ਹੋਣਗੀਆਂ। ਤਾਂ ਹੁਣ ਨਵੀਂ ਗੱਲ ਦਾ ਪਤਾ ਲੱਗਾ, ਸ਼ਾਦੀਆਂ ਆਨਲਾਈਨ ਵੀ ਹੋਣਗੀਆਂ। ਆਨਲਾਈਨ ਸ਼ਾਦੀਆਂ, ਆ ਜਿਵੇਂ ਤੁਸੀਂ ਗੱਡੀ ਮੰਗਾ ਲੈਂਦੇ ਹੋ ਆਨਲਾਈਨ ਕੱਪੜੇ ਮੰਗਾ ਲੈਂਦੇ ਹੋ, ਜੁੱਤੀਆਂ ਮੰਗਾ ਲੈਂਦੇ ਹੋ, ਇਸੇ ਤਰ੍ਹਾਂ ਵੀਰੇ ਹੁਣ ਬੀਵੀ ਵੀ ਆਨਲਾਈਨ ਹੀ ਆਏਗੀ। ਉਹ ਜਿਵੇਂ ਬੰਦਾ ਆਨਲਾਈਨ ਚੀਜ਼ ਮੰਗਾਵੇ ਨਾ ਤੇ ਘਬਰਾਇਆ ਰਹਿੰਦਾ ਕਿ ਯਾਰ ਸਹੀ ਆ ਜੇ, ਇੱਦਾਂ ਜਿਹਦਾ ਆਨਲਾਈਨ ਵਿਆਹ ਹੋਏਗਾ ਨਾ, ਉਹ ਵੀ ਵਿਆਹ ਤੋਂ ਬਾਅਦ 20 ਸਾਲ ਤੱਕ ਘਬਰਾਇਆ ਹੋਏਗਾ ਕਿ ਯਾਰ ਆਨਲਾਈਨ ਸ਼ਾਦੀ ਹੋਈ ਹੈ, ਵੇਖੋ ਕੀ ਬਣਦਾ। ਅਕਸਰ ਅੱਜ ਕੱਲ੍ਹ ਸਾਡੀਆਂ ਸ਼ਾਦੀਆਂ ਫੇਸਬੁੱਕ ਤੇ ਵੀ ਹੋ ਰਹੀਆਂ। ਪਹਿਲੇ ਦੋਸਤੀ ਹੁੰਦੀ, ਫਿਰ ਨਿਕਾਹ ਵੀ ਹੋ ਜਾਂਦਾ, ਵਿਆਹ ਵੀ ਹੋ ਜਾਂਦਾ। ਔਰ ਜਿਹੜਾ ਇਹਦਾ ਵਿਆਹ ਹੁੰਦਾ ਨਾ ਫੇਸਬੁੱਕ ਦਾ, ਉਹ 'ਚੋਂ ਬੱਚੇ ਨਹੀਂ ਹੁੰਦੇ, ਸਿਰਫ ਵਿਊਜ਼ ਆਉਂਦੇ ਨੇ, ਕਮੈਂਟਸ ਆਉਂਦੇ ਨੇ ਕਿ ਕभी ਬੱਚੇ ਹੋਣਗੇ। ਔਰ ਅੱਜ ਕੱਲ੍ਹ ਇਹ ਪਤਾ ਲੱਗਾ ਕਿ ਦੋਸਤੀਆਂ ਆਮ ਨੇ, ਦੋਸਤੀਆਂ ਦੇ ਵਿੱਚ ਯਾਰੀ ਦੋਸਤੀ 'ਚ ਸ਼ਾਦੀਆਂ ਹੋ ਰਹੀਆਂ। ਅੱਛਾ ਆਨਲਾਈਨ ਸ਼ਾਦੀਆਂ ਦੀਆਂ ਮੁਸੀਬਤਾਂ ਬੜੀਆਂ ਨੇ। ਆਨਲਾਈਨ ਵਿਆਹ ਹੋ ਰਿਹਾ, ਕਬੂਲ ਹੋਣ ਲੱਗਾ ਤੇ ਪਤਾ ਲੱਗਾ ਮੋਬਾਈਲ ਦਾ ਚਾਰਜਰ ਖਤਮ ਹੋ ਗਿਆ, ਵਿਆਹ ਉੱਥੇ ਖਲੋਤਾ ਹੈ। ਅਕਸਰ ਜਿਹੜੀਆਂ ਆਨਲਾਈਨ ਸ਼ਾਦੀਆਂ ਹੁੰਦੀਆਂ ਨਾ, ਉਹ 'ਚ ਬੰਦਾ ਇਹ ਦੁਆ ਕਰਦਾ ਰਹਿੰਦਾ ਕਿ ਯਾਰ ਮੇਰੇ ਵਲੀਮੇ ਤੱਕ ਸਿਗਨਲ ਆਉਂਦੇ ਰਹਿਣ। ਆਨਲਾਈਨ ਜਿਹੜਾ ਭਾਜੀ ਵਿਆਹ ਹੋਵੇ ਨਾ, ਇਹ ਵੀ ਬਸ ਇਸ ਤਰ੍ਹਾਂ ਦਾ ਵਿਆਹ ਜਿਵੇਂ ਦੂਰ ਟੇਪ ਨਹੀਂ ਲੱਗੀ ਹੁੰਦੀ ਕਿ ਗਾਣਾ ਦੂਰੋਂ ਸੁਣ ਰਿਹਾ, ਵੇਖੋ ਸੁਣ ਰਹੇ ਆ ਜਾਂ ਨਹੀਂ ਸੁਣ ਰਿਹਾ। ਅੱਛਾ ਅਗਰ ਆਨਲਾਈਨ ਸ਼ਾਦੀਆਂ ਹੋਣਗੀਆਂ ਤੇ ਫਿਰ ਗੱਲਾਂ ਵੀ ਇਦਾਂ ਦੀਆਂ ਹੋਣਗੀਆਂ ਕਿ ਭਾਜੀ ਵਲੀਮਾ ਮੈਨੂੰ WhatsApp ਤੇ ਫਾਲੋ ਕਰੋ। ਭਾਜੀ ਤੁਹਾਡੀ ਤੇਲ ਮਹਿੰਦੀ ਕਿੱਦਣ ਆ? ਭਾਜੀ ਟਿਊਟਰ ਤੇ ਨਹੀਂ ਵੇਖਿਆ। ਉਹ ਯਾਰ ਤੇਰੇ ਦਿਨ ਕਦੋਂ ਪਏ ਸਨ? ਲਓ ਤੁਸੀਂ ਮੈਸੇਂਜਰ ਤੇ ਹੀ ਨਹੀਂ ਵੇਖਿਆ। ਆਨਲਾਈਨ ਸ਼ਾਦੀਆਂ ਹੋਣਗੀਆਂ ਤੇ ਵੀਰੇ ਗੱਲਾਂ ਫਿਰ ਸਾਰੀਆਂ ਇਦਾਂ ਦੀਆਂ ਹੀ ਹੋਣਗੀਆਂ। ਤਾਂ ਨਾਜ਼ਰੀਨ ਤੁਹਾਡੇ ਨਾਲ ਅਸੀਂ ਇਹ ਗੱਲ ਕਰਨੀ ਸੀ ਕਿ ਸ਼ਾਦੀ ਵਿਆਹ ਉਹ ਹੀ ਚੰਗਾ ਲੱਗਦਾ ਜਿਹੜਾ ਮਾਪਿਓ ਬਹਿ ਕੇ ਡਿਸਾਈਡ ਕਰਦਾ, ਜਾਂ ਸ਼ਾਦੀ ਸਿਹਰਿਆਂ ਨਾਲ ਹੁੰਦੀ ਹੈ। ਵਿਆਹ ਤੇ ਅਕਸਰ ਵਿਆਹ ਹੀ ਆ। ਤੇ ਆਪਣੀ ਬੋਲੀ ਬੜੀ ਵਧੀਆ ਰੱਖਣੀ ਚਾਹੀਦੀ ਹੈ, ਕਿਉਂਕਿ ਸ਼ਾਇਰ ਲਿਖਦਾ ਹੈ ਕਿ ਸਦਾ ਬੋਲ ਵੱਲੜੇ ਨਾ ਬੋਲਿਆ ਕਰ, ਰਹਿੰਦੇ ਖਸਮ ਨਾਰਾਜ਼ ਬੜ ਬੋਲੀਆਂ ਦੇ, ਕਾਂ ਕੰਨ ਖਾਵੇ ਕੋਇਲ ਠੰਡ ਪਾਵੇ, ਬੜੇ ਫਰਕ ਨੇ ਸੱਜਣਾ ਬੋਲੀਆਂ ਦੇ, ਆਪ ਹੁਦਰੀਆਂ ਖਾਣ ਸਰਦਾਰ ਧੱਕੇ, ਸ਼ਰਮਾ ਵਾਲੀਆਂ ਨੂੰ ਝੂਟੇ ਡੋਲੀਆਂ ਦੇ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਫਨਕਾਰੀਆਂ।